ਉਤਪਤ ਅਧਿਆਇ 21। ਯਹੋਵਾ ਨੇ ਜਿਵੇਂ ਉਹਨੇ ਆਖਿਆ ਸੀ ਸਾਰਾ ਉਤੇ ਨਜ਼ਰ ਕੀਤੀ, ਔਰ ਯਹੋਵਾ ਨੇ ਸਾਰਾ ਲਈ ਉਹ ਕੀਤਾ ਜੋ ਉਹਨੇ ਵਚਨ ਕੀਤਾ ਸੀ। ਅਤੇ ਸਾਰਾ ਗਰਭਵਤੀ ਹੋਈ, ਔਰ ਅਬਰਾਹਮ ਲਈ ਉਹਦੇ ਬੁੱਢੇਪੇ ਵਿੱਚ ਉਸੇ ਰੁੱਤੇ ਜੋ ਪਰਮੇਸ਼ਰ ਨੇ ਉਹਨੂੰ ਦੱਸੀ ਸੀ ਪੁੱਤਰ ਜਨੀ। ਅਤੇ ਅਬਰਾਹਮ ਨੇ ਆਪਣੇ ਪੁੱਤਰ ਦਾ ਨਾਂ ਜੋ ਉਹਦੇ ਲਈ ਜੰਮਿਆ ਸੀ, ਅਰਥਾਤ ਜਿਹਨੂੰ ਸਾਰਾ ਨੇ ਉਸ ਲਈ ਜਨਿਆ ਸੀ, ਇਸਹਾਕ ਰੱਖਿਆ। ਅਤੇ ਅਬਰਾਹਮ ਨੇ ਆਪਣੇ ਪੁੱਤਰ ਇਸਹਾਕ ਦੀ ਸੁਨਤ 8 ਦਿਨਾਂ ਦੀ ਉਮਰ ਵਿੱਚ ਕਰਾਈ, ਜਿਵੇਂ ਪਰਮੇਸ਼ਰ ਨੇ ਉਹਨੂੰ ਆਗਿਆ ਦਿੱਤੀ ਸੀ। ਅਬਰਾਹਮ 100 ਵਰਿਆਂ ਦਾ ਸੀ ਜਾਂ ਉਹਦਾ ਪੁੱਤਰ ਇਸਹਾਕ ਉਹਦੇ ਲਈ ਜੰਮਿਆ। ਉਪਰੰਤ ਸਾਰਾ ਨੇ ਆਖਿਆ, ਪਰਮੇਸ਼ਰ ਨੇ ਮੈਨੂੰ ਹਸਾਇਆ ਹੈ ਅਤੇ ਸਾਰੇ ਸੁਣਨ ਵਾਲੇ ਮੇਰੇ ਨਾਲ ਹੱਸਣਗੇ। ਉਸਨੇ ਆਖਿਆ, ਕੌਣ ਅਬਰਾਹਮ ਨੂੰ ਆਖਦਾ ਹੈ ਭਈ ਸਾਰਾ ਪੁੱਤਰਾਂ ਨੂੰ ਦੁੱਧ ਚੁੰਗਾਏਗੀ, ਕਿਉਂਕਿ ਮੈਂ ਉਹਦੇ ਬੁੱਢੇਪੇ ਲਈ ਪੁੱਤਰ ਜਨੀ। ਉਹ ਮੁੰਡਾ ਵੱਧਦਾ ਗਿਆ ਔਰ ਉਹਦਾ ਦੁੱਧ ਛੁਡਾਇਆ ਗਿਆ, ਔਰ ਅਬਰਾਹਮ ਨੇ ਇਸਹਾਕ ਦੇ ਦੁੱਧ ਛੁਡਾਉਣ ਦੇ ਦਿਨ ਵੱਡਾ ਕਾਣਾ ਕੀਤਾ। ਸਾਰਾ ਨੇ ਹਾਜਰਾ ਮਿਸਰਨ ਦੇ ਪੁੱਤਰ ਨੂੰ, ਜਿਹਨੂੰ ਉਹ ਅਬਰਾਹਮ ਲਈ ਜਨੀ ਸੀ, ਹਿੜ ਹਿੜ ਕਰਦੇ ਹੋਏ ਡਿੱਠਾ। ਇਸ ਲਈ ਉਹਨੇ ਅਬਰਾਹਮ ਨੂੰ ਆਖਿਆ, ਭਈ ਇਸ ਗੋਲੀ ਔਰ ਇਹਦੇ ਪੁੱਤਰ ਨੂੰ ਕੱਢ ਛੱਡ, ਕਿਉਂ ਜੋ ਇਸ ਗੋਲੀ ਦਾ ਪੁੱਤਰ ਮੇਰੇ ਪੁੱਤਰ ਇਸਹਾਕ ਦੇ ਨਾਲ ਵਾਰਸ ਨਹੀਂ ਹੋਵੇਗਾ। ਪਰ ਆਪਣੇ ਪੁੱਤਰ ਦੇ ਕਾਰਨ ਅਬਰਾਹਮ ਦੀ ਨਿਗਾਹ ਵਿੱਚ ਇਹ ਗੱਲ ਅਤ ਬੁਰੀ ਸੀ। ਤਾਂ ਪਰਮੇਸ਼ਰ ਨੇ ਅਬਰਾਹਮ ਨੂੰ ਆਖਿਆ ਕਿ ਇਹ ਗੱਲ ਇਸ ਮੁੰਡੇ ਅਤੇ ਤੇਰੀ ਗੋਲੀ ਦੇ ਵਿਖੇ ਤੇਰੀ ਨਿਗਾਹ ਵਿੱਚ ਬੁਰੀ ਨਾ ਲੱਗੇ। ਜੋ ਕੁਝ ਸਾਰਾ ਨੇ ਤੈਨੂੰ ਆਖਿਆ ਹੈ ਤੂੰ ਉਹੀ ਆਵਾਜ਼ ਸੁਣ, ਕਿਉਂ ਜੋ ਤੇਰੀ ਅੰਸ਼ ਇਸਹਾਕ ਤੋਂ ਹੀ ਪੁਕਾਰੀ ਜਾਵੇਗੀ, ਅਤੇ ਮੈਂ ਉਸ ਗੋਲੀ ਦੇ ਪੁੱਤਰ ਤੋਂ ਵੀ ਇੱਕ ਕੌਮ ਬਣਾਵਾਂਗਾ, ਕਿਉਂਕਿ ਉਹ ਵੀ ਤੇਰੇ ਅੰਸ਼ ਹੈ। ਤਦ ਅਬਰਾਹਮ ਤੜਕੇ ਉੱਠਿਆ ਔਰ ਰੋਟੀ ਔਰ ਪਾਣੀ ਦੀ ਇੱਕ ਮਸਕ ਲੈ ਕੇ ਹਾਜਰਾ ਦੇ ਮੋਢਿਆਂ ਉੱਤੇ ਰੱਖ ਦਿੱਤੀ ਅਤੇ ਮੁੰਡਾ ਵੀ ਦੇ ਦਿੱਤਾ। ਤਾਂ ਉਹ ਤੁਰ ਪਈ ਅਤੇ ਪੈਰ ਸਭਾ ਦੇ ਉਜਾੜ ਵਿੱਚ ਪਾਉਂਦੀ ਫਿਰਦੀ ਰਹੀ। ਜਦ ਮਸਕ ਵਿੱਚੋਂ ਪਾਣੀ ਮੁੱਕ ਗਿਆ ਤਾਂ ਉਸਨੇ ਉਸ ਮੁੰਡੇ ਨੂੰ ਇੱਕ ਝਾੜੀ ਦੇ ਹੇਠ ਸੁੱਟ ਦਿੱਤਾ। ਤਾਂ ਆਪ ਸਾਹਮਣੇ ਇੱਕ ਤੀਰ ਦੀ ਮਾਰ ਉੱਤੇ ਦੂਰ ਜਾ ਬੈਠੀ, ਕਿਉਂ ਜੋ ਉਸ ਆਖਿਆ, ਮੈਂ ਬੱਚੇ ਦੀ ਮੌਤ ਨਾ ਵੇਖਾਂ। ਜੋ ਉਹ ਸਾਹਮਣੇ ਦੂਰ ਬੈਠ ਕੇ ਉੱਚੀ ਉੱਚੀ ਰੋਹੀ। ਤਾਂ ਪਰਮੇਸ਼ਰ ਨੇ ਮੁੰਡੇ ਦੀ ਆਵਾਜ਼ ਸੁਣ ਲਈ, ਔਰ ਪਰਮੇਸ਼ਰ ਦੇ ਦੂਤ ਨੇ ਆਕਾਸ਼ ਤੋਂ ਹਾਜਰਾ ਨੂੰ ਬੁਲਾ ਕੇ ਆਖਿਆ, ਹਾਜਰਾ ਤੈਨੂੰ ਕੀ ਹੋਇਆ? ਨਾ ਡਰ, ਕਿਉਂਕਿ ਪਰਮੇਸ਼ਰ ਨੇ ਮੁੰਡੇ ਦੀ ਆਵਾਜ਼ ਜਿੱਥੇ ਉਹ ਪਿਆ ਹੈ ਉੱਤੇ ਸੁਣ ਲਈ ਹੈ। ਉੱਠ ਔਰ ਮੁੰਡੇ ਨੂੰ ਚੁੱਕ ਲੈ ਔਰ ਆਪਣੇ ਹੱਥਾਂ ਵਿੱਚ ਸਾਂਭ, ਕਿਉਂਕਿ ਮੈਂ ਇਸ ਨੂੰ ਇੱਕ ਵੱਡੀ ਕੌਮ ਬਣਾਵਾਂਗਾ। ਤਾਂ ਪਰਮੇਸ਼ਰ ਨੇ ਉਸ ਦੀਆਂ ਅੱਖਾਂ ਖੋਲੀਆਂ ਔਰ ਉਸਨੇ ਪਾਣੀ ਦਾ ਇੱਕ ਖੂਹ ਡਿੱਠਾ ਅਤੇ ਉਹ ਜਾ ਕੇ ਮਸਕ ਨੂੰ ਪਾਣੀ ਨਾਲ ਭਰ ਲੈ ਆਈ ਔਰ ਮੁੰਡੇ ਨੂੰ ਪਿਲਾਇਆ। ਅਤੇ ਪਰਮੇਸ਼ਰ ਉਸ ਮੁੰਡੇ ਦੇ ਅੰਗ ਸੰਗ ਸੀ, ਤਾਂ ਉਹ ਵੱਧਦਾ ਗਿਆ ਅਤੇ ਉਜਾੜ ਵਿੱਚ ਰਿਹਾ ਔਰ ਵੱਡਾ ਹੋ ਕੇ ਤੀਰ ਅੰਦਾਜ਼ ਬਣਿਆ। ਉਹ ਪਾਰਾਂ ਦੀ ਉਜਾੜ ਵਿੱਚ ਰਹਿੰਦਾ ਸੀ ਅਤੇ ਉਸ ਦੀ ਮਾਤਾ ਮਿਸਰ ਦੇਸ਼ ਵਿੱਚੋਂ ਇੱਕ ਤੀਵੀ ਉਸ ਦੇ ਲਈ ਲੈ ਆਈ। ਫਿਰ ਉਸ ਸਮੇਂ ਇਉਂ ਹੋਇਆ ਕਿ ਅਬੀਮੈਲਕ ਔਰ ਉਸ ਦੀ ਸੈਨਾ ਦੇ ਸਰਦਾਰ ਫਿਕੋਲ ਨੇ ਅਬਰਾਹਮ ਨੂੰ ਆਖਿਆ ਕਿ ਜੋ ਕੁਝ ਤੂੰ ਕਰਦਾ ਹੈ ਪਰਮੇਸ਼ਰ ਤੇਰੇ ਸੰਗ ਹੈ। ਹੁਣ ਤੂੰ ਮੇਰੇ ਨਾਲ ਪਰਮੇਸ਼ਰ ਦੀ ਸਹੁੰ ਖਾ ਕਿ ਤੂੰ ਮੇਰੇ ਨਾਲ ਅਤੇ ਮੇਰੇ ਪੁੱਤਰਾਂ ਨਾਲ ਅਤੇ ਮੇਰੇ ਪੋਤਿਆਂ ਨਾਲ ਧੋਖਾ ਨਾ ਕਮਾਵੇਗਾ, ਸਗੋਂ ਉਸ ਕਿਰਪਾ ਦੇ ਅਨੁਸਾਰ ਜੋ ਮੈਂ ਤੇਰੇ ਉੱਤੇ ਕੀਤੀ ਹੈ ਤੂੰ ਵੀ ਮੇਰੇ ਉੱਤੇ ਔਰ ਇਸ ਦੇਸ਼ ਉੱਤੇ ਜਿਸ ਵਿੱਚ ਤੂੰ ਪਰਦੇਸੀ ਰਿਹਾ ਹੈ ਕਰੇਗਾ। ਤਦ ਅਬਰਾਹਮ ਨੇ ਆਖਿਆ, ਮੈਂ ਸੋ ਖਾਵਾਂਗਾ। ਤਾਂ ਅਬਰਾਹਮ ਨੇ ਅਬੀਮੈਲਕ ਨੂੰ ਇੱਕ ਖੂਹ ਦਾ ਉਲਾਂਭਾ ਦਿੱਤਾ, ਜਿਹੜਾ ਉਸ ਦੇ ਨੌਕਰਾਂ ਨੇ ਜ਼ੋਰ ਨਾਲ ਖੋਹ ਲਿਆ ਸੀ। ਤਾਂ ਅਬੀਮੈਲਕ ਨੇ ਆਖਿਆ, ਮੈਨੂੰ ਪਤਾ ਨਹੀਂ ਕਿ ਇਹ ਕੰਮ ਕਿਨੇ ਕੀਤਾ ਅਤੇ ਤੈਂ ਵੀ ਮੈਨੂੰ ਨਹੀਂ ਦੱਸਿਆ। ਮੈਂ ਅੱਜ ਦੇ ਦਿਨ ਤੋਂ ਅੱਗੇ ਸੁਣਿਆ ਵੀ ਨਹੀਂ। ਤਾਂ ਅਬਰਾਹਮ ਨੇ ਭੇਡਾਂ ਔਰ ਗਾਇਆਂ
ਬਲਦ ਲੈ ਕੇ ਅਬੀਮੈਲਕ ਨੂੰ ਦਿੱਤੇ ਅਤੇ ਦੋਹਾਂ ਨੇ ਆਪੋ ਵਿੱਚ ਨੇਮ ਕੀਤਾ। ਅਬਰਾਹਮ ਨੇ ਪੇੜਾਂ ਦੀਆਂ 7 ਲੇਲੀਆਂ ਲੈ ਕੇ ਬੱਕਰੀਆਂ ਕਰ ਲਈਆਂ। ਤਾਂ ਅਬੀਮੈਲਕ ਨੇ ਅਬਰਾਹਮ ਨੂੰ ਆਖਿਆ ਕਿ ਇਨ੍ਹਾਂ 7 ਬੱਕਰੀਆਂ ਕੀਤੀਆਂ ਹੋਈਆਂ ਲੇਲੀਆਂ ਦਾ ਕੀ ਮਤਲਬ ਹੈ। ਉਸ ਆਖਿਆ, ਤੂੰ ਇਹ 7 ਲੇਲੀਆਂ ਮੇਰੇ ਹੱਥੋਂ ਲੈ ਲੈ ਤਾਂ ਜੋ ਇਹ ਮੇਰੀਆਂ ਗਵਾਹ ਹੋਣ ਭਈ ਇਹ ਖੂਹ ਮੈਂ ਪੁੱਟਿਆ ਹੈ। ਇਸ ਲਈ ਉਸ ਥਾਂ ਦਾ ਨਾਮ ਪੈਰਸਬਾ ਪੈ ਗਿਆ, ਕਿਉਂ ਜੋ ਉੱਤੇ ਉਹਨਾਂ ਦੋਹਾਂ ਨੇ ਸਹੁੰ ਖਾਧੀ ਸੀ। ਸੋ ਉਹਨਾਂ ਨੇ ਪੈਰਸਬਾ ਵਿੱਚ ਨੇਮ ਕੀਤਾ ਔਰ ਅਬੀਮੈਲਕ ਔਰ ਉਸ ਦੀ ਸੈਨਾ ਦਾ ਸਰਦਾਰ ਫੀਕੋਲ ਉੱਠੇ ਅਤੇ ਫਲਿਸਤੀਆਂ ਦੇ ਦੇਸ਼ ਨੂੰ ਮੁੜ ਆਏ। ਉਪਰੰਤ ਉਸਨੇ ਪੈਰਸਬਾ ਵਿੱਚ ਚਾਉ ਦਾ ਇੱਕ ਰੁੱਖ ਲਾਇਆ ਅਤੇ ਉੱਤੇ ਯਹੋਵਾ ਅਟਲ ਪਰਮੇਸ਼ਰ ਦਾ ਨਾਮ ਲਿਆ ਅਤੇ ਅਬਰਾਹਮ ਬਹੁਤਿਆਂ ਦਿਨਾਂ ਤੱਕ ਫਲਿਸਤੀਆਂ ਦੇ ਦੇਸ਼ ਵਿੱਚ ਪਰਦੇਸੀ ਹੋ ਕੇ ਰਿਹਾ। ਨਿਆਂਇਆਂ ਦੀ ਪੋਥੀ ਅਧਿਆਇ 13। ਇਸਰਾਏਲੀਆਂ ਨੇ ਯਹੋਵਾ ਦੀ ਨਿਗਾਹ ਵਿੱਚ ਫਿਰ ਬਦੀ ਕੀਤੀ ਅਤੇ ਯਹੋਵਾ ਨੇ ਉਹਨਾਂ ਨੂੰ 40 ਵਰ੍ਹਿਆਂ ਤੋੜੀ ਫਲਿਸਤੀਆਂ ਦੇ ਹੱਥ ਸੌਂਪ ਦਿੱਤਾ। ਦਾਨ ਦੇ ਟੱਬਰ ਵਿੱਚੋਂ ਇੱਕ ਜਾਣਾ ਮਨੋਵਾ ਨਾਮੇ ਸਾਰਾ ਦਾ ਸੀ। ਉਹਦੀ ਪਤਨੀ ਬਾਂਝ ਸੀ ਅਤੇ ਉਹ ਕੋਈ ਬਾਲ ਨਾ ਜਨੀ। ਯਹੋਵਾ ਦੇ ਦੂਤ ਨੇ ਉਸ ਤੀਵੀ ਨੂੰ ਦਰਸ਼ਨ ਦੇ ਕੇ ਆਖਿਆ, ਵੇਖ, ਤੂੰ ਬਾਂਝ ਅਤੇ ਜਨਦੀ ਨਹੀਂ, ਪਰ ਤੂੰ ਗਰਭਣੀ ਹੋਵੇਗੀ ਅਤੇ ਪੁੱਤਰ ਜਨੇਗੀ। ਸੋ ਹੁਣ ਧਿਆਨ ਰੱਖੀ ਅਤੇ ਦਾਖ ਰਸ ਜਾਂ ਕੋਈ ਅਮਲ ਵਾਲੀ ਚੀਜ਼ ਨਾ ਪੀਵੀ ਅਤੇ ਅਸ਼ੁੱਧ ਵਸਤਾਂ ਨਾ ਖਾਵੀ, ਕਿਉਂ ਜੋ ਵੇਖ, ਤੂੰ ਗਰਭਣੀ ਹੋਵੇਗੀ ਅਤੇ ਪੁੱਤਰ ਜਨੇਗੀ। ਉਹਦੇ ਸਿਰ ਉੱਤੇ ਉਸਤਰਾ ਕਦੇ ਨਾ ਲੱਗੇ, ਇਸ ਲਈ ਜੋ ਉਹ ਮੁੰਡਾ ਗਰਭ ਤੋਂ ਹੀ ਪਰਮੇਸ਼ਰ ਦਾ ਨਜ਼ੀਰ ਹੋਵੇਗਾ ਅਤੇ ਉਹ ਫਲਿਸਤੀਆਂ ਦੇ ਹੱਥੋਂ ਇਸਰਾਏਲੀਆਂ ਦਾ ਬਚਾਵ ਕਰਨ ਲੱਗੇਗਾ। ਤਦ ਉਸ ਤੀਵੀ ਨੇ ਆਪਣੇ ਪਤੀ ਨੂੰ ਆਣ ਆਖਿਆ, ਜੋ ਇੱਕ ਪਰਮੇਸ਼ਰ ਦਾ ਬੰਦਾ ਮੇਰੇ ਕੋਲ ਆਇਆ। ਉਸ ਦੀ ਡੌਲ ਪਰਮੇਸ਼ਰ ਦੇ ਦੂਤ ਦੀ ਡੌਲ ਵਰਗੀ ਡਾਢੀ ਡਰਾਉਣੀ ਸੀ ਅਤੇ ਮੈਂ ਉਸ ਨੂੰ ਨਹੀਂ ਪੁੱਛਿਆ ਜੋ ਤੂੰ ਕਿੱਥੋਂ ਦਾ ਹੈ ਅਤੇ ਉਸਨੇ ਵੀ ਮੈਨੂੰ ਆਪਣਾ ਨਾਮ ਨਹੀਂ ਦੱਸਿਆ, ਪਰ ਉਸਨੇ ਮੈਨੂੰ ਆਖਿਆ, ਵੇਖ, ਤੂੰ ਗਰਭਣੀ ਹੋਵੇਗੀ ਅਤੇ ਪੁੱਤਰ ਜਨੇਗੀ। ਸੋ ਹੁਣ ਤੂੰ ਦਾਖਰਸ ਜਾਂ ਕੋਈ ਅਮਲ ਵਾਲੀ ਚੀਜ਼ ਨਾ ਪੀਵੀ ਅਤੇ ਨਾ ਕੋਈ ਅਸ਼ੁੱਧ ਵਸਤ ਖਾਵੀ, ਕਿਉਂ ਜੋ ਉਹ ਮੁੰਡਾ ਢਿੱਡ ਤੋਂ ਹੀ ਮਰਨ ਦੇ ਦਿਨ ਤੋੜੀ ਪਰਮੇਸ਼ਰ ਦਾ ਨਜ਼ੀਰ ਹੋਵੇਗਾ। ਤਦ ਮਨੋਵਾ ਨੇ ਯਹੋਵਾ ਅੱਗੇ ਬੇਨਤੀ ਕਰਕੇ ਆਖਿਆ, ਹੇ ਪ੍ਰਭੂ, ਅਜਿਹਾ ਕਰ ਜੋ ਉਹ ਪਰਮੇਸ਼ਰ ਦਾ ਬੰਦਾ ਜਿਹਨੂੰ ਤੈਂ ਕੱਲਿਆ ਸੀ ਅਸਾਂ ਲੋਕਾਂ ਕੋਲ ਫਿਰ ਆਵੇ ਅਤੇ ਸਾਨੂੰ ਸਿਖਾਵੇ ਕਿ ਜਿਹੜਾ ਮੁੰਡਾ ਜੰਮੇਗਾ ਉਸ ਨਾਲ ਅਸੀਂ ਕਿੱਕਰ ਕਰੀਏ। ਪਰਮੇਸ਼ਰ ਨੇ ਮਨੋਵਾ ਦੀ ਆਵਾਜ਼ ਸੁਣੀ ਅਤੇ ਪਰਮੇਸ਼ਰ ਦਾ ਦੂਤ ਉਸ ਦੀ ਤੀਵੀ ਕੋਲ ਪਹਿਲੀ ਵਿੱਚ ਬੈਠਿਆ ਹੋਇਆ ਫਿਰ ਆਇਆ, ਪਰ ਉਸ ਵੇਲੇ ਉਸ ਦਾ ਪਤੀ ਮਨੋਵਾ ਉਸ ਦੇ ਕੋਲ ਨਹੀਂ ਸੀ। ਸੋ ਉਸ ਤੀਵੀ ਨੇ ਛੇਤੀ ਨਾਲ ਭੱਜ ਕੇ ਆਪਣੇ ਪਤੀ ਨੂੰ ਜਾ ਦੱਸਿਆ ਅਤੇ ਉਹਨੂੰ ਆਖਿਆ, ਵੇਖ, ਉਹ ਮਨੁੱਖ ਜੋ ਉਸ ਦਿਨ ਮੇਰੇ ਕੋਲ ਆਇਆ ਸੀ, ਸੋ ਹੁਣ ਫਿਰ ਮੈਨੂੰ ਦਿਸ ਪਿਆ। ਤਾਂ ਮਨੋਵਾ ਉੱਠ ਕੇ ਆਪਣੀ ਪਤਨੀ ਦੇ ਮਗਰ ਤੁਰਿਆ ਅਤੇ ਉਸ ਮਨੁੱਖ ਕੋਲ ਆਇਆ ਅਤੇ ਉਸ ਨੂੰ ਆਖਣ ਲੱਗਾ ਕਿ ਤੂੰ ਉਹ ਮਨੁੱਖ ਹੈ ਜਿਸਨੇ ਇਸ ਤੀਵੀ ਨਾਲ ਗੱਲਾਂ ਕੀਤੀਆਂ। ਉਸਨੇ ਆਖਿਆ, ਮੈਂ ਉਹ ਹਾਂ। ਤਦ ਮਨੋਵਾ ਨੇ ਆਖਿਆ, ਜ਼ਿਕਰ ਤੈਂ ਆਖਿਆ ਹੈ ਉਖਰ ਹੀ ਹੋਵੇ, ਪਰ ਉਹ ਮੁੰਡਾ ਕਿਹਾ ਹੋਵੇਗਾ ਅਤੇ ਕੀ ਕੰਮ ਕਰੇਗਾ। ਯਹੋਵਾ ਦੇ ਦੂਤ ਨੇ ਮਨੋਵਾ ਨੂੰ ਆਖਿਆ, ਉਹਨਾਂ ਸਭਨਾਂ ਵਸਤਾਂ ਤੋਂ ਜੋ ਮੈਂ ਆਖਦੀਆਂ ਹਨ ਇਹ ਤੀਵੀ ਸੰਗ ਕੇ ਰਹੇ। ਕੋਈ ਅਜਿਹੀ ਵਸਤੂ ਜੋ ਦਾਖਦੀ ਹੋਵੇ ਸੋ ਇਹ ਨਾ ਖਾਵੇ ਅਤੇ ਦਾਖ ਰਸ ਜਾਂ ਕੋਈ ਅਮਲ ਨਾ ਪੀਵੇ ਅਤੇ ਅਸ਼ੁੱਧ ਵਸਤ ਨਾ ਖਾਵੇ। ਨਾ ਸਭਨਾ ਆਗਿਆਂ ਦਾ ਚੇਤਾ ਰੱਖੇ ਜੋ ਮੈਂ ਉਸ ਨੂੰ ਆਖਿਆ ਹਨ। ਤਾਂ ਮਨੋਵਾ ਨੇ ਯਹੋਵਾ ਦੇ ਦੂਤ ਨੂੰ ਆਖਿਆ, ਅਸੀਂ ਤੈਨੂੰ ਅਟਕਾ ਛੱਡੀਏ ਭਈ ਅਸੀਂ ਤੇਰੇ ਲਈ ਇੱਕ ਪਟੋਰਾ ਤਿਆਰ ਕਰੀਏ। ਤਾਂ ਯਹੋਵਾ ਦੇ ਦੂਤ ਨੇ ਮਨੋਵਾ ਨੂੰ ਉੱਤਰ ਦਿੱਤਾ, ਭਾਵੇਂ ਤੂੰ ਮੈਨੂੰ ਅਟਕਾ ਵੀ ਛੱਡੇ ਤਾਂ ਵੀ ਮੈਂ ਤੇਰੀ ਰੋਟੀ ਨਹੀਂ ਖਾਣੀ।
ਪਰ ਜੇ ਤੂੰ ਹੋਮ ਦੀ ਬਲੀ ਚੜਾਉਣੀ ਚਾਹੁੰਦਾ ਹੈ ਤਾਂ ਤੈਨੂੰ ਯਹੋਵਾ ਦੇ ਅੱਗੇ ਚੜਾਉਣੀ ਲੋੜੀਦੀ ਹੈ। ਕਿਉਂ ਜੋ ਮਨੋਵਾ ਨੂੰ ਇਹ ਖਬਰ ਨਹੀਂ ਸੀ ਜੋ ਉਹ ਯਹੋਵਾ ਦਾ ਦੂਤ ਹੈ। ਫਿਰ ਮਨੋਵਾ ਨੇ ਯਹੋਵਾ ਦੇ ਦੂਤ ਨੂੰ ਆਖਿਆ, ਆਪਣਾ ਨਾਮ ਦੱਸ ਭਈ ਜਿਸ ਵੇਲੇ ਤੇਰੇ ਆਖਿਆ ਪੂਰਾ ਹੋਵੇ ਤਾਂ ਅਸੀਂ ਤੇਰਾ ਆਦਰ ਪਾਉ ਕਰੀਏ। ਤਾਂ ਯਹੋਵਾ ਦੇ ਦੂਤ ਨੇ ਉਸ ਨੂੰ ਕਿਹਾ, ਤੂੰ ਮੇਰਾ ਨਾਮ ਕਿਉਂ ਪੁੱਛਣਾ ਹੈ? ਮੇਰਾ ਨਾਮ ਤਾਂ ਅਚਰਜ ਹੈ। ਤਦ ਮਨੋਵਾ ਨੇ ਇੱਕ ਪਟੋਰਾ ਮੈਦੇ ਦੀ ਪੈਂਟ ਸਣੇ ਲੈ ਕੇ ਪੱਥਰ ਉੱਤੇ ਯਹੋਵਾ ਦੇ ਅੱਗੇ ਚੜਾਇਆ ਅਤੇ ਦੂਤ ਨੇ ਅਚਰਜ ਕੰਮ ਕੀਤੇ। ਔਰ ਮਨੋਵਾ ਔਰ ਉਸ ਦੀ ਪਤਨੀ ਦੋਵੇਂ ਪਏ ਵੇਖਦੇ ਸਨ ਅਤੇ ਅਜਿਹਾ ਹੋਇਆ ਪਈ ਜਾਂ ਜਗਵੇਦੀ ਉੱਤੋਂ ਆਕਾਸ਼ ਦੀ ਵੱਲ ਲਾਟ ਉੱਟੀ ਤਾਂ ਯਹੋਵਾ ਦਾ ਦੂਤ ਜਗਵੇਦੀ ਦੀ ਲਾਟ ਦੇ ਵਿਚਕਾਰ ਆਕਾਸ਼ ਨੂੰ ਚੱਲਿਆ ਗਿਆ ਅਤੇ ਮਨੋਵਾ ਔਰ ਉਸ ਦੀ ਪਤਨੀ ਨੇ ਉਸ ਗੱਲ ਨੂੰ ਡਿੱਠਾ ਥਾਂ ਮੂੰਹ ਪਰਨੇ ਪੂਵੇ ਡਿੱਗ ਪਏ ਅਤੇ ਯਹੋਵਾ ਦਾ ਦੂਤ ਮਨੋਵਾ ਔਰ ਉਸ ਦੀ ਪਤਨੀ ਨੂੰ ਫਿਰ ਵਿਖਾਈ ਨਾ ਦਿੱਤਾ। ਤਦ ਮਨੋਵਾ ਨੇ ਜਾਤਾ ਜੋ ਉਹ ਯਹੋਵਾ ਦਾ ਦੂਤ ਸੀ। ਤਦ ਮਨੋਵਾ ਨੇ ਆਪਣੀ ਪਤਨੀ ਨੂੰ ਆਖਿਆ, ਹੁਣ ਅਸੀਂ ਜ਼ਰੂਰ ਮਰ ਜਾਵਾਂਗੇ ਕਿਉਂ ਜੋ ਅਸਾਂ ਪਰਮੇਸ਼ਰ ਨੂੰ ਡਿੱਠਾ ਹੈ। ਉਹਦੀ ਪਤਨੀ ਨੇ ਉਹਨੂੰ ਆਖਿਆ, ਜੇ ਯਹੋਵਾ ਨੇ ਸਾਨੂੰ ਮਾਰਨ ਹੁੰਦਾ ਤਾਂ ਹੋਮ ਦੀ ਬਲੀ ਅਤੇ ਮੈਦੇ ਦੀ ਪੈਂਟ ਸਾਡੇ ਹੱਥੋਂ ਨਾ ਲੈਂਦਾ, ਨਾ ਹੀ ਸਾਨੂੰ ਇਹ ਸਭ ਕੁਝ ਦੱਸਦਾ ਅਤੇ ਨਾ ਸਾਨੂੰ ਇਸ ਵੇਲੇ ਇਹੋ ਜਿਹੀਆਂ ਗੱਲਾਂ ਆਖਦਾ। ਉਹ ਤੀਵੀਂ ਪੁੱਤਰ ਜਨੀ ਅਤੇ ਉਹਦਾ ਨਾਮ ਸਮਸੂਨ ਰੱਖਿਆ ਔਰ ਉਹ ਮੁੰਡਾ ਵਧੀਆ ਔਰ ਯਹੋਵਾ ਨੇ ਉਹਨੂੰ ਅਸੀਸ ਦਿੱਤੀ ਅਤੇ ਯਹੋਵਾ ਦਾ ਆਤਮਾ ਮਹਿਨੇ ਦਾਨ ਵਿੱਚ ਸਾਰਾ ਅਤੇ ਅਸਤਾਉਲ ਦੇ ਵਿਚਕਾਰ ਉਹਨੂੰ ਉਕਸਾਉਣ ਲੱਗਾ। ਨਿਆਂਇਆਂ ਦੀ ਪੋਥੀ ਅਧਿਆਇ 14। ਸਮਸੋਨ ਤਿਮਨਾਤ ਵੱਲ ਉਤਰ ਗਿਆ ਅਤੇ ਤਿਮਨਾਤ ਵਿੱਚ ਫਲਿਸਤੀਆਂ ਦੀਆਂ ਤੀਆਂ ਵਿੱਚੋਂ ਉਹਨੇ ਇੱਕ ਤੀਵੀਂ ਡਿੱਠੀ ਅਤੇ ਉਹਨੇ ਉਤਾਹਾਂ ਜਾ ਕੇ ਆਪਣੇ ਪਿਤਾ ਅਤੇ ਆਪਣੇ ਮਾਤਾ ਨੂੰ ਦੱਸਿਆ, ਜੋ ਫਲਿਸਤੀਆਂ ਦੀਆਂ ਤੀਆਂ ਵਿੱਚੋਂ ਤਿਮਨਾਤ ਵਿੱਚ ਮੈਂ ਇੱਕ ਤੀਵੀਂ ਡਿੱਠੀ ਹੈ, ਸੋ ਉਹਨੂੰ ਲੈ ਆਓ ਜੋ ਮੇਰੀ ਵਹੁਟੀ ਬਣੇ। ਤਦ ਉਹਦੇ ਪਿਤਾ ਔਰ ਉਹਦੀ ਮਾਤਾ ਨੇ ਆਖਿਆ, ਭਲਾ ਤੇਰੇ ਭਾਈਚਾਰੇ ਦੀਆਂ ਤੀਆਂ ਵਿੱਚ ਅਤੇ ਮੇਰੇ ਸਾਰੇ ਲੋਕਾਂ ਵਿੱਚ ਕੋਈ ਤੀਵੀਂ ਨਹੀਂ ਜੋ ਅਸੁੰਨਤੀ ਫਿਲਿਸਤੀਆਂ ਵਿੱਚ ਤੂੰ ਵਹੁਟੀ ਲੈਣ ਲਈ ਗਿਆ ਹੈ। ਸਮਸੂਨ ਨੇ ਆਪਣੇ ਪਿਤਾ ਨੂੰ ਆਖਿਆ, ਮੈਨੂੰ ਇਹੋ ਲੈ ਦਿਓ ਕਿਉਂ ਜੋ ਮੇਰੀਆਂ ਅੱਖਾਂ ਵਿੱਚ ਉਹ ਸਜਦੀ ਹੈ, ਜੱਚਦੀ ਹੈ। ਪਰ ਉਹਨੇ ਉਹਦੇ ਮਾਪੇ ਨਾ ਸਮਝੇ ਜੋ ਇਹ ਯਹੋਵਾ ਦੀ ਵੱਲੋਂ ਹੈ ਸੀ, ਜੋ ਫਲਿਸਤੀਆਂ ਨਾਲ ਲੜਾਈ ਕਰਨ ਦਾ ਇੱਕ ਪੱਜ ਲੱਭਦਾ ਸੀ। ਉਸ ਵੇਲੇ ਫਲਿਸਤੀ ਇਸਰਾਏਲੀਆਂ ਉੱਤੇ ਰਾਜ ਕਰਦੇ ਸਨ। ਤਦ ਸਮਸੂਨ ਅਤੇ ਉਹਦੇ ਮਾਪੇ ਤਿਮਨਾਤ ਵੱਲ ਉਤਰੇ ਅਤੇ ਤਿਮਨਾਤ ਦੇ ਦਾਖ ਦੇ ਬਾਗਾਂ ਵਿੱਚ ਅੱਪੜੇ ਤਾਂ ਵੇਖੋ ਇੱਕ ਜਵਾਨ ਬੱਬਰ ਸ਼ੇਰ ਉਹਦੇ ਸਾਹਮਣੇ ਆ ਗੱਜਿਆ। ਤਾਂ ਯਹੋਵਾ ਦਾ ਆਤਮਾ ਸਮਸੋਨ ਉੱਤੇ ਜ਼ੋਰ ਨਾਲ ਆਇਆ ਅਤੇ ਭਾਵੇਂ ਉਹਦੇ ਹੱਥ ਵਿੱਚ ਕੁਝ ਵੀ ਨਹੀਂ ਸੀ, ਪਰ ਉਹਨੇ ਉਸ ਨੂੰ ਯੂੰ ਪਾੜਿਆ ਜਿਕਰ ਪਟੋਰੇ ਨੂੰ ਪਾੜਦੇ ਹਨ ਅਤੇ ਇਹ ਗੱਲ ਜੋ ਉਹਨੇ ਕੀਤੀ ਆਪਣੇ ਪਿਤਾ ਜਾਂ ਆਪਣੇ ਮਾਤਾ ਨੂੰ ਨਾ ਦੱਸੀ। ਫਿਰ ਉਹ ਲਹਿ ਗਿਆ ਅਤੇ ਉਸ ਤੀਵੀਂ ਨਾਲ ਗੱਲਾਂ ਕੀਤੀਆਂ ਅਤੇ ਉਹ ਸਮਸੋਨ ਦੀਆਂ ਅੱਖਾਂ ਵਿੱਚ ਜੱਚ ਗਈ। ਕੁਝ ਚਿਰ ਪਿੱਛੋਂ ਉਹ ਮੁਕਲਾਵੇ ਲਈ ਗਿਆ ਅਤੇ ਰਾਤ ਤੋਂ ਲਾਂਬੇ ਹੋ ਕੇ ਬੱਬਰ ਸ਼ੇਰ ਦੀ ਲੋਥ ਵੇਖਣ ਗਿਆ ਅਤੇ ਵੇਖੋ ਉੱਤੇ ਬੱਬਰ ਸ਼ੇਰ ਦੀ ਲੋਥ ਵਿੱਚ ਸ਼ਹਿਦ ਦੀਆਂ ਮੱਖੀਆਂ ਦਾ ਝੁੰਡ ਅਤੇ ਸ਼ਹਿਦ ਪੀ ਸੀ ਅਤੇ ਉਸ ਨੂੰ ਹੱਥ ਵਿੱਚ ਫੜ ਕੇ ਖਾਂਦਾ ਖਾਂਦਾ ਤੁਰ ਪਿਆ ਅਤੇ ਆਪਣੇ ਮਾਪਿਆਂ ਕੋਲ ਆਇਆ ਔਰ ਉਹਨਾਂ ਨੂੰ ਵੀ ਕੁਝ ਦਿੱਤਾ ਅਤੇ ਉਹਨਾਂ ਨੇ ਵੀ ਖਾਧਾ। ਪਰ ਉਹਨਾਂ ਨੂੰ ਇਹ ਨਾ ਦੱਸਿਆ ਜੋ ਮੈਂ
ਇਸ ਸਹਿਤ ਬੱਬਰ ਸ਼ੇਰ ਦੀ ਲੋਥ ਵਿੱਚੋਂ ਕੱਢਿਆ ਹੈ। ਫਿਰ ਉਹਦਾ ਪਿਤਾ ਉਸ ਤੀਵੀ ਦੇ ਘਰ ਲੈ ਗਿਆ ਅਤੇ ਉੱਤੇ ਸਮਸੂਨ ਨੇ ਦਾਊਦ ਦਿੱਤੀ, ਕਿਉਂ ਜੋ ਜਵਾਨਾਂ ਦੀ ਇਹੋ ਰੀਤ ਸੀ। ਅਤੇ ਅਜਿਹਾ ਹੋਇਆ ਕਿ ਜਦ ਉਤੇ ਦੀਆਂ ਲੋਕਾਂ ਨੇ ਉਹਨੂੰ ਡਿੱਠਾ ਤਾਂ 30 ਜਾਂਵੀ ਲਿਆਏ ਜੋ ਉਹਦੇ ਨਾਲ ਰਹਿਣ। ਸਮਸੂਨ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਡੇ ਅੱਗੇ ਇੱਕ ਪੁਚਾਰਤ ਪਾਉਣਾ, ਸੋ ਜੇ ਕਦੀ ਤੁਸੀਂ ਦਾਊਦ ਦੀਆਂ 7 ਦਿਨਾਂ ਵਿੱਚ ਉਹਨੂੰ ਪੁੱਛ ਲਾਵੋ ਅਤੇ ਮੈਨੂੰ ਦੱਸੋ ਤਾਂ ਮੈਂ 30 ਜਗਲੇ ਔਰ 30 ਜੋੜੇ ਬਸਤਰ ਤੁਹਾਨੂੰ ਦਿਆਂਗਾ। ਅਤੇ ਜੇ ਤੁਸੀਂ ਨਾ ਦੱਸ ਸਕੋ ਤਾਂ 30 ਜਗਲੇ ਔਰ 30 ਜੋੜੇ ਬਸਤਰ ਤੁਸਾਂ ਮੈਨੂੰ ਦੇਣੇ। ਉਹ ਬੋਲੇ, ਆਪਣੀ ਪੁਚਾਰਤ ਪਾ ਤਾਂ ਅਸੀਂ ਸੁਣੀਏ। ਤਾਂ ਜੋ ਉਹਨੇ ਆਖਿਆ, ਕਾਨ ਵਾਲੇ ਵਿੱਚੋਂ ਭੋਜਨ ਨਿਕਲਿਆ ਅਤੇ ਤਕੜੇ ਵਿੱਚੋਂ ਮਿਠਾਸ। ਅਤੇ ਉਹ 3 ਦਿਨਾਂ ਵਿੱਚ ਇਸ ਪੁਚਾਰਤ ਨੂੰ ਨਾ ਪੁੱਛ ਸਕੇ। 7ਵੇਂ ਦਿਨ ਉਹਨਾਂ ਨੇ ਸਮਸੂਨ ਦੀ ਵਹੁਟੀ ਨੂੰ ਆਖਿਆ, ਸਾਡੇ ਲਈ ਆਪਣੇ ਪਰਤੇ ਨੂੰ ਫੁਲਾਉਣੀਆਂ ਦੇ, ਜੋ ਉਹ ਸਾਤੋਂ ਪੁਚਾਰਤ ਬੁਝਾਵੇ, ਨਹੀਂ ਤਾਂ ਅਸੀਂ ਤੈਨੂੰ ਅਤੇ ਤੇਰੇ ਪਿਓ ਦੇ ਘਰ ਨੂੰ ਅੱਗ ਨਾਲ ਸਾੜ ਸੁੱਟਾਂਗੇ। ਭਲਾ ਇਸੇ ਵਾਸਤੇ ਹੀ ਤੁਸਾਂ ਸਾਨੂੰ ਦੱਸਿਆ ਸੀ ਕਿ ਜੋ ਕੁਝ ਸਾਡਾ ਹੈ ਸੋ ਤੁਸੀਂ ਆਪਣਾ ਕਰ ਲਵੋ। ਤਦ ਸਮਸੂਨ ਦੀ ਵਹੁਟੀ ਉਸ ਦੇ ਅੱਗੇ ਰੋ ਕੇ ਬੋਲੀ, ਤੂੰ ਮੇਰੇ ਨਾਲ ਵੈਰ ਹੀ ਰੱਖਦਾ ਹੈ ਅਤੇ ਮੈਨੂੰ ਪਿਆਰ ਨਹੀਂ ਕਰਦਾ ਤੇ ਮੇਰੇ ਲੋਕਾਂ ਦੇ ਪਰਿਵਾਰ ਅੱਗੇ ਇੱਕ ਪੁਚਾਰਤ ਪਾਈ ਔਰ ਮੈਨੂੰ ਨਾ ਦੱਸੀ। ਉਹਨੇ ਉਸ ਨੂੰ ਆਖਿਆ, ਵੇ ਮੈਂ ਆਪਣੇ ਪਿਓ ਅਤੇ ਆਪਣੀ ਮਾਂ ਨੂੰ ਵੀ ਨਹੀਂ ਦੱਸੀ, ਸੋ ਭਲਾ ਮੈਂ ਤੈਨੂੰ ਦੱਸਾਂ। ਸੋ ਉਹਦੇ ਅੱਗੇ ਦਾਊਦ ਦੀਆਂ 7 ਦਿਨਾਂ ਤੋੜੀ ਰੋਂਦੀ ਰਹੀ। ਅਤੇ 7ਵੇਂ ਦਿਨ ਅਜਿਹਾ ਹੋਇਆ ਜੋ ਉਹਨੇ ਉਹਨੂੰ ਦੱਸ ਦਿੱਤੀ, ਕਿਉਂ ਜੋ ਉਸਨੇ ਉਹਨੂੰ ਵੱਡਾ ਔਖਾ ਕੀਤਾ ਸੀ। ਸੋ ਉਹਨੇ ਆਪਣਾ ਪਰਿਵਾਰ ਦੇ ਲੋਕਾਂ ਨੂੰ ਦੱਸ ਦਿੱਤੀ। ਅਤੇ ਉਸ ਸ਼ਹਿਰ ਦੀਆਂ ਲੋਕਾਂ ਨੇ 7ਵੇਂ ਦਿਨ ਸੂਰਜ ਲਹਿਣ ਤੋਂ ਪਹਿਲਾਂ ਉਹਨੂੰ ਆਖਿਆ, ਸਹਿਤ ਨਾਲੋਂ ਮਿੱਠਾ ਕੀ ਹੈ ਅਤੇ ਬੱਬਰ ਸ਼ੇਰ ਨਾਲੋਂ ਤਕੜਾ ਕੌਣ ਹੈ। ਤਾਂ ਉਹਨੇ ਉਹਨਾਂ ਨੂੰ ਆਖਿਆ, ਜੇ ਕਦੀ ਤੁਸੀਂ ਮੇਰੀ ਬੱਚੀ ਨੂੰ ਹਲ ਅੱਗੇ ਨਾ ਜੋਂਦੇ ਤਾਂ ਮੇਰੀ ਪੁਚਾਰਤ ਕਦੀ ਨਾ ਪੁੱਜਦੇ। ਫਿਰ ਯਹੋਵਾ ਦਾ ਆਤਮਾ ਡਾਢੇ ਜ਼ੋਰ ਨਾਲ ਉਹਦੇ ਉੱਤੇ ਆਇਆ ਅਤੇ ਉਹ ਅਸਕਲੋਨ ਨੂੰ ਲੈ ਗਿਆ ਅਤੇ ਉਹਨਾਂ ਦੇ 30 ਮਨੁੱਖ ਵੱਡੇ ਔਰ ਉਹਨਾਂ ਦੇ ਬਸਤਰ ਲਾ ਕੇ ਉਹ ਕੱਪੜੇ ਪੁਚਾਰਤ ਪੁੱਛਣ ਵਾਲਿਆਂ ਨੂੰ ਦਿੱਤੇ, ਜੋ ਉਹਦਾ ਕ੍ਰੋਧ ਜਾਗਿਆ ਅਤੇ ਉਹ ਆਪਣੇ ਪਿਤਾ ਦੇ ਘਰ ਨੂੰ ਉਤਾਹਾ ਤੁਰ ਗਿਆ। ਪਰ ਸਮਸੂਨ ਦੀ ਵਹੁਟੀ ਉਹਦੇ ਇੱਕ ਮਿੱਤਰ ਨੂੰ ਦਿੱਤੀ ਗਈ ਜੋ ਉਹਦਾ ਸਾਥੀ ਸੀ। ਮੱਤੀ ਦੀ ਇੰਜਿਲ ਅਧਿਆਇ 22। ਯਿਸੂ ਨੇ ਅੱਗੇ ਉਹਨਾਂ ਦੇ ਨਾਲ ਦ੍ਰਿਸ਼ਟਾਂਤ ਵਿੱਚ ਫਿਰ ਬਚਨ ਕੀਤਾ ਔਰ ਕਿਹਾ, ਸਵਰਗ ਦਾ ਰਾਜ ਇੱਕ ਪਾਤਸ਼ਾਹ ਵਰਗਾ ਹੈ ਜਿਨੇ ਆਪਣੇ ਪੁੱਤਰ ਦਾ ਵਿਆਹ ਕੀਤਾ ਅਤੇ ਉਸਨੇ ਸੱਦੇ ਹੋਇਆਂ ਨੂੰ ਵਿਆਹ ਵਿੱਚ ਸੱਦਣ ਲਈ ਆਪਣੇ ਚਾਕਰਾਂ ਨੂੰ ਘੱਲਿਆ, ਪਰ ਉਹ ਆਉਣ ਨੂੰ ਰਾਜੀ ਨਾ ਹੋਏ। ਫਿਰ ਉਹਨੇ ਹੋਰਨਾਂ ਚਾਕਰਾਂ ਨੂੰ ਇਹ ਕਹਿ ਕੇ ਘੱਲਿਆ ਜੋ ਸੱਦੇ ਹੋਇਆਂ ਨੂੰ ਕਹੋ ਭਈ, ਵੇਖੋ ਮੈਂ ਆਪਣੇ ਖਾਣਾ ਤਿਆਰ ਕੀਤਾ ਹੈ, ਮੇਰੇ ਬੈਲ ਔਰ ਮੋਟੇ ਮੋਟੇ ਜਾਨਵਰ ਕੋਹੇ ਗਏ ਹਨ ਅਤੇ ਸਭ ਕੁਝ ਤਿਆਰ ਹੈ, ਤੁਸੀਂ ਵਿਆਹ ਵਿੱਚ ਚਲੋ। ਪਰ ਉਹ ਬੇਪਰਵਾਹੀ ਕਰਕੇ ਚਲੇ ਗਏ, ਕੋਈ ਆਪਣੇ ਖੇਤ ਨੂੰ ਔਰ ਕੋਈ ਆਪਣੇ ਵਣਜ ਵਪਾਰ ਨੂੰ। ਅਤੇ ਹੋਰਨਾਂ ਨੇ ਉਹਦੇ ਚਾਕਰਾਂ ਨੂੰ ਫੜ ਕੇ ਉਹਨਾਂ ਦੀ ਪੱਤ ਲਾਈ ਔਰ ਮਾਰ ਸੁੱਟਿਆ। ਤਾਂ ਪਾਤਸ਼ਾਹ ਨੂੰ ਕ੍ਰੋਧ ਆਇਆ ਅਤੇ ਉਸਨੇ ਆਪਣੀਆਂ ਫੌਜਾਂ ਘੱਲ ਕੇ ਉਹਨਾਂ ਖੂਨੀਆਂ ਦਾ ਨਾਸ਼ ਕਰ ਦਿੱਤਾ ਔਰ ਉਹਨਾਂ ਦਾ ਸ਼ਹਿਰ ਫੂਕ ਸੁੱਟਿਆ। ਤਦ ਉਹਨੇ ਆਪਣੇ ਚਾਕਰਾਂ ਨੂੰ ਆਖਿਆ, ਵਿਆਹ ਦਾ ਸਾਮਾਨ ਤਾਂ ਤਿਆਰ ਹੈ, ਪਰ ਸੱਦੇ ਹੋਏ ਨਲਾਇਕ ਹਨ, ਜੋ ਤੁਸੀਂ ਚੁਰਾਹਿਆਂ ਵਿੱਚ ਜਾਵੋ ਅਤੇ ਜਿੰਨੇ ਤੁਹਾਨੂੰ ਮਿਲਣ ਵਿਆਹ ਵਿੱਚ ਸੱਦ ਲਿਆਓ। ਤਾਂ ਉਹ ਚਾਕਰ ਰਸਤਿਆਂ ਵਿੱਚ ਬਾਹਰ ਜਾ ਕੇ ਬੁਰੇ ਭਲੇ ਜਿੰਨੇ ਮਿਲੇ ਸਭਨਾਂ ਨੂੰ ਇਕੱਠੇ ਕਰ ਲਿਆਏ ਅਤੇ ਵਿਆਹ ਵਾਲਾ ਘਰ ਮੇਲਿਆਂ ਨਾਲ ਭਰ ਗਿਆ। ਪਰ ਜਦ ਪਾਤਸ਼ਾਹ ਮੇਲਿਆਂ ਨੂੰ ਵੇਖਣ ਅੰਦਰ ਆਇਆ, ਤਦ ਉੱਤੋਂ ਇੱਕ ਮਨੁੱਖ ਨੂੰ ਡਿੱਠਾ ਜਿਹੜਾ ਵਿਆਹੁਣ ਕੱਪੜਾ
ਪਹਿਨਿਆ ਹੋਇਆ ਨਾ ਸੀ ਅਤੇ ਉਹਨੂੰ ਕਿਹਾ, ਭਾਈ ਤੂੰ ਇੱਥੇ ਵਿਆਹੁਣ ਕੱਪੜੇ ਬਾਝੋਂ ਕਿਸ ਤਰ੍ਹਾਂ ਅੰਦਰ ਆਇਆ? ਪਰ ਉਹ ਚੁੱਪ ਹੀ ਰਹਿ ਗਿਆ। ਤਦ ਬਾਦਸ਼ਾਹ ਨੇ ਪਹਿਲਵਾਨੋਂ ਆਖਿਆ, ਇਹਦੇ ਹੱਥ ਪੈਰ ਬੰਨ ਕੇ ਇਹਨੂੰ ਬਾਹਰ ਅੰਧਕੋਰ ਵਿੱਚ ਸੁੱਟ ਦਿਓ। ਉੱਤੇ ਰੋਣਾ ਅਤੇ ਕਚੀਚੀਆਂ ਵਟਣਾ ਹੋਵੇਗਾ, ਕਿਉਂ ਜੋ ਸੱਦੇ ਹੋਏ ਤਾਂ ਬਹੁਤ ਹਨ, ਪਰ ਚੁਣੇ ਹੋਏ ਥੋੜੇ। ਤਦੋਂ ਫਰੀਸੀਆਂ ਨੇ ਜਾ ਕੇ ਮਤਾ ਪਕਾਇਆ ਜੋ ਉਹਨੂੰ ਕਿਸ ਤਰ੍ਹਾਂ ਗੱਲਾਂ ਵਿੱਚ ਫਸਾਈਏ, ਅਤੇ ਉਹਨਾਂ ਆਪਣੇ ਚੇਲਿਆਂ ਨੂੰ ਹੈਰੋਦੀਆਂ ਦੇ ਨਾਲ ਉਸ ਦੇ ਕੋਲ ਭੇਜਿਆ, ਭਈ ਉਸ ਨੂੰ ਆਖਣ, ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੂੰ ਸੱਚਾ ਹੈ ਔਰ ਸੱਚਾਈ ਨਾਲ ਪਰਮੇਸ਼ਰ ਦਾ ਰਾਹ ਦੱਸਦਾ ਹੈ, ਅਤੇ ਤੈਨੂੰ ਕਿਸੇ ਦੀ ਪਰਵਾਹ ਨਹੀਂ, ਕਿਉਂ ਜੋ ਤੂੰ ਮਨੁੱਖਾਂ ਦਾ ਪੱਖ ਨਹੀਂ ਕਰਦਾ। ਸੋ ਸਾਨੂੰ ਦੱਸ, ਤੂੰ ਕੀ ਸਮਝਦਾ ਹੈ ਜੋ ਕੈਸਰ ਨੂੰ ਸੱਜਿਆ ਦੇਣਾ ਯੋਗ ਹੈ ਜਾਂ ਨਹੀਂ? ਪਰ ਯਿਸੂ ਨੇ ਉਹਨਾਂ ਦੀ ਸ਼ਰਾਰਤ ਜਾਣ ਕੇ ਆਖਿਆ, ਹੇ ਕਪਟਿਓ, ਕਿਉਂ ਮੈਨੂੰ ਪਤਾਉਂਦੇ ਹੋ? ਸੱਜੀਏ ਦਾ ਸਿੱਕਾ ਮੈਨੂੰ ਵਿਖਾਓ। ਤਦ ਉਹ ਇੱਕ ਅਟਿਆਣੀ ਉਸ ਕੋਲ ਲਿਆਏ। ਤਦ ਉਸਨੇ ਉਹਨਾਂ ਨੂੰ ਕਿਹਾ, ਇਹ ਮੂਰਤ ਅਤੇ ਲਿਖਤ ਕਿਹਦੀ ਹੈ? ਉਹਨਾਂ ਉਸਨੂੰ ਕਿਹਾ, ਕੈਸਰ ਦੀ। ਤਦ ਉਸਨੇ ਉਹਨਾਂ ਨੂੰ ਆਖਿਆ, ਫਿਰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਉਹ ਕੈਸਰ ਨੂੰ, ਅਤੇ ਜਿਹੜੀਆਂ ਪਰਮੇਸ਼ਰ ਦੀਆਂ ਹਨ ਉਹ ਪਰਮੇਸ਼ਰ ਨੂੰ ਦਿਓ। ਅਤੇ ਉਹਨਾਂ ਨੇ ਇਹ ਸੁਣ ਕੇ ਅਚਰਜ ਮੰਨਿਆ ਔਰ ਉਸ ਨੂੰ ਛੱਡ ਕੇ ਚਲੇ ਗਏ। ਉਸੇ ਦਿਨ ਸਦੂਕੀ ਜਿਹੜੇ ਆਖਦੇ ਹਨ ਜੋ ਕਿਆਮਤ ਨਹੀਂ ਹੋਣੀ ਉਹਦੇ ਕੋਲ ਆਏ ਅਤੇ ਇਹ ਕਹਿ ਕੇ ਉਸ ਤੋਂ ਸਵਾਲ ਪੁੱਛਿਆ ਕਿ ਗੁਰੂ ਜੀ, ਮੂਸਾ ਨੇ ਆਖਿਆ ਸੀ ਭਈ ਜੋ ਕੋਈ ਮਰ ਜਾਵੇ ਤਾਂ ਉਹਦਾ ਭਾਈ ਉਹਦੀ ਤੀਵੀ ਨਾਲ ਵਿਆਹ ਕਰ ਲਵੇ ਅਤੇ ਆਪਣੇ ਭਾਈ ਲਈ ਵੰਸ਼ ਉਤਪੰਨ ਕਰੇ। ਸੋ ਸਾਡੇ ਵਿੱਚ 7 ਭਾਈ ਸਨ ਅਤੇ ਪਹਿਲਾ ਵਿਆਹ ਕਰਕੇ ਮਰ ਗਿਆ ਅਤੇ ਬੇਔਲਾਦਾ ਹੋਣ ਕਰਕੇ ਆਪਣੇ ਭਾਈ ਦੇ ਲਈ ਆਪਣੀ ਤੀਵੀ ਛੱਡ ਗਿਆ। ਇਸੇ ਤਰ੍ਹਾਂ ਦੁਆ ਵੀ ਅਤੇ ਤੀਆ ਭਾਈ 7ਵੇਂ ਤਿੱਕਰ ਔਰ ਸਾਰਿਆਂ ਦੇ ਪਿੱਛੋਂ ਉਹ ਤੀਵੀ ਵੀ ਮਰ ਗਈ। ਉਪਰੰਤ ਕਿਆਮਤ ਨੂੰ ਉਹ ਉਹਨਾਂ 7 ਵਿੱਚੋਂ ਕਿਹਦੀ ਤੀਵੀ ਹੋਊ, ਕਿਉਂਕਿ ਉਹਨਾਂ ਸਭਨਾਂ ਨੇ ਉਹਨੂੰ ਵਸਾਇਆ ਸੀ। ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਤੁਸੀਂ ਕਿਤਾਬਾਂ ਔਰ ਪਰਮੇਸ਼ਰ ਦੀ ਸਮਰੱਥਾ ਨੂੰ ਨਾ ਜਾਣ ਕੇ ਭੁੱਲ ਵਿੱਚ ਪਏ ਹੋ, ਕਿਉਂ ਜੋ ਕਿਆਮਤ ਵਿੱਚ ਨਾ ਵਿਆਹ ਕਰਦੇ ਅਤੇ ਨਾ ਵਿਆਹ ਜਾਂਦੇ ਹਨ, ਪਲਕਨ ਸਵਰਗ ਵਿੱਚ ਦੂਤਾਂ ਵਰਗੇ ਹਨ। ਪਰ ਮੁਰਦਿਆਂ ਦੀ ਕਿਆਮਤ ਦੇ ਵਿਕੇ ਕੀ ਤੁਸੀਂ ਉਹ ਨਹੀਂ ਪੜਿਆ ਜੋ ਪਰਮੇਸ਼ਰ ਨੇ ਤੁਹਾਨੂੰ ਆਖਿਆ ਕਿ ਮੈਂ ਅਬਰਾਹਮ ਦਾ ਪਰਮੇਸ਼ਰ ਤੇ ਇਸਹਾਕ ਦਾ ਪਰਮੇਸ਼ਰ ਤੇ ਯਾਕੂਬ ਦਾ ਪਰਮੇਸ਼ਰ ਹਾਂ। ਉਹ ਮੁਰਦਿਆਂ ਦਾ ਪਰਮੇਸ਼ਰ ਨਹੀਂ ਪਰ ਜਿਉਂਦਿਆਂ ਦਾ ਹੈ। ਅਤੇ ਲੋਕ ਇਹ ਸੁਣ ਕੇ ਉਹਦੇ ਉਪਦੇਸ਼ ਤੋਂ ਹੈਰਾਨ ਹੋਏ। ਪਰ ਜਦ ਫਰੀਸੀਆਂ ਨੇ ਸੁਣਿਆ ਜੋ ਉਹਨੇ ਸਦੂਕਿਆਂ ਦਾ ਮੂੰਹ ਬੰਦ ਕਰ ਦਿੱਤਾ, ਤਦ ਉਹ ਇੱਕ ਤਾਂ ਇਕੱਠੇ ਹੋਏ ਅਤੇ ਉਹਨਾਂ ਵਿੱਚ ਇੱਕ ਨੇ ਜਿਹੜਾ ਸਰਾ ਦਾ ਸਿਖਲਾਉਣ ਵਾਲਾ ਸੀ ਉਹਦੇ ਵਰਤਾਉਣ ਲਈ ਸਵਾਲ ਕੀਤਾ, ਜੋ ਗੁਰੂ ਜੀ ਤੁਰੇਤ ਵਿੱਚ ਵੱਡਾ ਹੁਕਮ ਕਿਹੜਾ ਹੈ? ਅਤੇ ਉਹਨੇ ਉਸ ਨੂੰ ਕਿਹਾ, ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ। ਵੱਡਾ ਅਤੇ ਪਹਿਲਾ ਹੁਕਮ ਇਹੋ ਹੈ ਅਤੇ ਦੁਆ ਇਹਦੇ ਵਾਂਗੂ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਇਨ੍ਹਾਂ ਦੋਹਾਂ ਹੁਕਮਾਂ ਉੱਤੇ ਸਾਰੀ ਤੁਰੇਤ ਅਤੇ ਨਬੀਆਂ ਦੇ ਵਚਨ ਟਿਕੇ ਹੋਏ ਹਨ। ਜਿਸ ਵੇਲੇ ਫਰੀਸੀ ਇਕੱਠੇ ਸਨ, ਯਿਸੂ ਨੇ ਉਹਨਾਂ ਨੂੰ ਪੁੱਛਿਆ, ਮਸੀਹ ਦੇ ਹੱਕ ਵਿੱਚ ਤੁਸੀਂ ਕੀ ਸਮਝਦੇ ਹੋ? ਉਹ ਕਿਹਦਾ ਪੁੱਤਰ ਹੈ? ਉਹਨਾਂ ਉਸ ਨੂੰ ਆਖਿਆ, ਦਾਊਦ ਦਾ। ਉਸਨੇ ਉਹਨਾਂ ਨੂੰ ਕਿਹਾ, ਫਿਰ ਦਾਊਦ ਆਤਮਾ ਦੇ ਰਾਹੀਂ ਕਿੱਕਰ ਉਹਨੂੰ ਪ੍ਰਭੂ ਆਖਦਾ ਹੈ ਕਿ ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ, ਤੂੰ ਮੇਰੇ ਸੱਜੇ ਪਾਸੇ ਬੈਠ ਜਦ ਤੱਕ ਮੈਂ ਤੇਰੇ ਵੇਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ। ਸੋ ਜਦ ਦਾਊਦ ਉਹਨੂੰ ਪ੍ਰਭੂ ਆਖਦਾ ਹੈ ਤਾਂ ਉਹ ਉਸ ਦਾ ਪੁੱਤਰ ਕਿਸ ਤਰ੍ਹਾਂ ਹੋਇਆ? ਅਤੇ ਕੋਈ ਉਹਨੂੰ ਇੱਕ ਵਚਨ ਤਿੱਕਰ ਜਵਾਬ ਨਾ ਦੇ ਸਕਿਆ, ਨਾ ਉਸ ਦਿਨ ਤੋਂ ਕਿਸੇ ਦਾ ਕਿਉਂ ਕਿਆਉ ਪਿਆ ਜੋ ਉਸ ਅੱਗੇ ਕੋਈ ਪ੍ਰਸ਼ਨ ਕਰੇ। ਆਮੀਨ ਆਮੀਨ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ ਨੂੰ ਧਿਆਨ ਕਰਾਂਗੇ।
ਉਤਪਤੀ ਦੀ ਕਿਤਾਬ ਅਧਿਆਇ 21 ਇਸ ਵਿੱਚ ਆਪਾਂ ਵੇਖਦੇ ਹਾਂ ਜੋ ਵਾਅਦਾ ਅਬਰਾਹਮ ਨਾਲ ਯਹੋਵਾ ਪਰਮੇਸ਼ਰ ਨੇ ਕੀਤਾ ਉਹ ਵਾਅਦਾ ਪੂਰਾ ਹੋ ਰਿਹਾ, ਯਾਨੀ ਕਿ ਉਸ ਵਾਅਦਾ ਦਾ ਬੱਚਾ ਜਨਮ ਲੈ ਰਿਹਾ। जब उस वायदा का बच्चा जन्म ले लिया उदो उस गुलामी का बच्चा उत्तों हटाया जा रहा है। इस प्रकार ਆਪਾਂ ਵੇਖਦੇ ਹਾਂ ਇਸ ਅਧਿਆਇ ਦੇ ਵਿੱਚ ਜਦ ਇਸਹਾਕ ਨਾਲ ਉਸ ਇਸਮਾਇਲ ਕੁਝ ਚੰਗੀ ਗੱਲਾਂ ਨਹੀਂ ਵਰਤਾਉਂਦਾ ਉਦੋਂ ਸਾਰਾ ਉਸ ਨੂੰ ਵੇਖ ਕੇ ਅਤੇ ਅਬਰਾਹਮ ਨੂੰ ਆਖਦੀ ਹੈ ਇਸ ਬੱਚੇ ਦੇ ਮਾਂ ਨੂੰ ਆਪਣੇ ਤੋਂ ਦੂਰ ਕਰੋ ਕਿਉਂਕਿ ਉਹ ਮੇਰਾ ਬੱਚਾ ਨੂੰ ਤੰਗ ਕਰਦਾ ਹੈ ਅਤੇ ਮੇਰੇ ਬੱਚੇ ਨਾਲ ਉਹਦਾ ਕੋਈ ਹੱਕ ਨਹੀਂ ਹੈ। ਇਸ ਗੱਲ ਨੂੰ ਸੁਣ ਕੇ ਅਬਰਾਹਮ ਬਹੁਤ ਦੁਖੀ ਹੁੰਦਾ, ਫਿਰ ਵੀ ਪਰਮੇਸ਼ਰ ਅਬਰਾਹਮ ਨਾਲ ਗੱਲ ਕਰਕੇ ਆਖਦਾ ਤੂੰ ਇਸ ਤੀਵੀ ਨਾਲ ਜੋ ਕਰਨਾ ਹੈ ਉਸ ਨੂੰ ਕਰਨ ਲਈ ਛੇਤੀ ਕਰੋ ਕਿਉਂਕਿ ਤੇਰੇ ਨਾਮ ਇਸਹਾਕ ਤੋਂ ਹੀ ਪੁਕਾਰੀ ਜਾਵੋਗੀ, ਪਰ ਤੇਰੇ ਕਾਰਨ ਇਸ ਬੱਚੇ ਉੱਤੇ ਮੈਂ ਰਹਿਮ ਕਰਾਂਗਾ ਅਤੇ ਇਹਨੂੰ ਮੈਂ ਵਧਾਵਾਂਗਾ। ਜਿਸ ਪ੍ਰਕਾਰ ਯਹੋਵਾ ਪਰਮੇਸ਼ਰ ਅਬਰਾਹਮ ਨਾਲ ਵਾਅਦਾ ਕਰਦਾ ਉਸੇ ਪ੍ਰਕਾਰ ਉਸ ਮਿਸਰੀ ਤੀਵੀ ਦਾ ਪੁੱਤਰ ਇਸਮਾਇਲ ਨੂੰ ਪਰਮੇਸ਼ਰ ਉੱਚਾ ਕਰਦਾ ਹੈ। ਇਸ ਅਧਿਆਇ ਦੇ ਵਿੱਚੋਂ ਆਪਾਂ ਇੱਕ ਗੱਲ ਸਿੱਖਦੇ ਹਾਂ, ਜਦ ਵਾਅਦਾ ਆਪਣੀ ਜ਼ਿੰਦਗੀ ਦੇ ਵਿੱਚ ਆਜ਼ਾਦੀ ਆਪਣੀ ਜ਼ਿੰਦਗੀ ਦੇ ਵਿੱਚ ਪੱਕੀ ਹੁੰਦੀ ਹੈ ਉਦੋਂ ਗੁਲਾਮੀ ਆਪਣੇ ਆਪ ਆਪਣੇ ਤੋਂ ਦੂਰ ਹੋ ਜਾਵੇਗੀ। ਇਸੇ ਪ੍ਰਕਾਰ ਆਪਾਂ ਨਿਆਂਇਆਂ ਦੀ ਪੋਥੀ ਅਧਿਆਇ 13 ਦੇ ਵਿੱਚ ਵੇਖਦੇ ਹਾਂ ਉਰੇ ਪਰਮੇਸ਼ਰ ਦਾ ਦੂਤ ਮਨੋਆ ਨਾਮ ਦਾ ਇੱਕ ਮਨੁੱਖ ਦਾ ਤੀਵੀ ਕੋਲ ਦਰਸ਼ਨ ਦੇ ਕੇ ਆਖਦਾ ਤੂੰ ਬਾਂਝ ਜੋ ਹੈ ਪਰ ਹੁਣ ਤੂੰ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਜਦ ਉਹ ਪੇਟ ਦੇ ਵਿੱਚ ਹੋਵੇਗਾ ਉਦੋਂ ਤੂੰ ਕੁਝ ਅਮਲ ਵਾਲੀ ਚੀਜ਼ ਅਸ਼ੁੱਧ ਚੀਜ਼ ਨਾ ਪੀਵੀ ਨਾ ਖਾਵੀ ਅਤੇ ਉਹ ਪਰਮੇਸ਼ਰ ਦੇ ਲਈ ਨਜ਼ੀਰ ਹੋਵੇਗਾ। ਉਹ ਜਨਮ ਤੋਂ ਲੈ ਕੇ ਮਰਨ ਤੱਕ ਪਰਮੇਸ਼ਰ ਦੇ ਲਈ ਨਜ਼ੀਰ ਹੋਵੇਗਾ ਕਰਕੇ ਉਹਨੂੰ ਕਹਿ ਰਿਹਾ ਹੈ। ਜਦ ਉਹ ਦਰਸ਼ਨ ਦਿੰਦਾ ਸੀ ਉਦੋਂ ਮਨੋਵਾ ਉਹਦੀ ਤੀਵੀ ਨਾਲ ਨਹੀਂ ਸੀ ਤਾਂ ਮਨੋਵਾ ਕੋਲ ਜਦ ਇਹ ਗੱਲ ਪਹੁੰਚਾਈ ਜਾਂਦੀ ਤਦ ਮਨੋਵਾ ਇਹ ਪ੍ਰਾਰਥਨਾ ਕਰਦਾ ਇੱਕ ਹੋਰ ਵਾਰ ਉਹ ਮਨੁੱਖ ਸਾਡੇ ਸਾਹਮਣੇ ਆਉਣ ਅਤੇ ਉਸ ਬੱਚੇ ਨਾਲ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਸਾਨੂੰ ਉਹ ਸਿਖਾਉਣ। ਉਸੇ ਪ੍ਰਕਾਰ ਉਹਦੇ ਪ੍ਰਾਰਥਨਾ ਨੂੰ ਪਰਮੇਸ਼ਰ ਯਹੋਵਾ ਸੁਣ ਕੇ ਇੱਕ ਹੋਰ ਵਾਰ ਉਸ ਦੇਵਦੂਤ ਨੂੰ ਕੱਲਦਾ ਤਾਂ ਕਿ ਉਹ ਦੁਬਾਰਾ ਉਸ ਤੀਵੀ ਨੂੰ ਪ੍ਰਸੰਨ ਹੋਵੇ ਅਤੇ ਉਹਨਾਂ ਗੱਲਾਂ ਨੂੰ ਦੱਸੇ। ਜਦ ਉਸ ਦੂਤ ਦੁਬਾਰਾ ਦਰਸ਼ਨ ਦਿੰਦਾ ਤਾਂ ਉਦੋਂ ਮਨੋਵਾ ਉਹਦੇ ਕੋਲ ਪੁੱਛਤਾਛ ਕਰਦਾ, ਉਸ ਦੇਵਦੂਤ ਦੀ ਟਹਿਲ ਸੇਵਾ ਕਰਨਾ ਚਾਹੁੰਦਾ, ਪਰ ਉਹ ਦੇਵਦੂਤ ਕਹਿੰਦੇ ਜੇ ਤੂੰ ਸਾਨੂੰ ਬਲੀਦਾਨ ਚੜਾਉਣਾ ਤਾਂ ਤੂੰ ਮੈਨੂੰ ਹੋਮ ਦੀ ਬਲੀ ਕਰਕੇ ਚੜਾਓ। ਜਦੋਂ ਉਹ ਚੜਾਉਂਦਾ ਉਦੋਂ ਉਹਨੂੰ ਪਤਾ ਲੱਗਦਾ ਹੈ ਉਹ ਇੱਕ ਮਨੁੱਖ ਨਹੀਂ ਹੈ ਪਰ ਉਹ ਇੱਕ ਦੇਵਦੂਤ ਹੈ ਤਾਂ ਉਹ ਬਹੁਤ ਡਰਦਾ ਅਤੇ ਕਾਬਰਦਾ ਅਤੇ ਆਪਣੀ ਪਤਨੀ ਨੂੰ ਕਹਿੰਦਾ ਆਪਾਂ ਹੁਣ ਤਾਂ ਦੇਵਦੂਤ ਨੂੰ ਮਿਲੇ ਆਪਾਂ ਮਰ ਜਾਵਾਂਗੇ। पर मनोवा दी तीवी जो है ये आखदी है कि जे परमेश्वर अपन मारना चाहे था वो अपन दर्शन नहीं दिंदा अते वो ना अपन अहोजियां गल्लां दसदा है। सो वो मनोवा दी तीवी जो है परमेश्वर दे प्रति चंगी तरह जान रखी है। परमेश्वर जे वायदा करदा है ता उस वायदा नु जरूर पूरा करदा है। इस गल दी ਜਾਣਕਾਰੀ ਉਸ ਤੀਵੀ ਨੂੰ ਹੁੰਦੀ ਹੈ ਤਾਂ ਉਹ ਇਹਨਾਂ ਗੱਲਾਂ ਦੇ ਦੁਆਰਾ ਆਪਣਾ ਪਤੀ ਨੂੰ ਹੌਸਲਾ ਦਿੰਦੀ ਹੈ। ਇਸੇ ਪ੍ਰਕਾਰ ਨਿਆਂਇਆਂ ਦੀ ਪੋਥੀ ਅਧਿਆਇ 14 ਦੇ ਵਿੱਚ ਵੇਖਦੇ ਹਾਂ ਸੰਸਨ ਪ੍ਰਤੀ ਯਹੋਵਾ ਪਰਮੇਸ਼ਰ ਜੋ ਵਾਅਦਾ ਕੀਤਾ ਹੋਇਆ ਸੀ ਉਸ ਵਾਅਦਾ ਨੂੰ ਪੂਰਾ ਕਰਨ ਲਈ ਉਸ ਨੂੰ ਇੱਕ ਰਾਹ ਦੇ ਵਿੱਚ ਲੈ ਕੇ ਜਾ ਰਿਹਾ। ਜੇ ਆਪਾਂ ਵੇਖੀਏ समसोन अपने नौजवान उम्र दे विच वो तिमनात दे विच एक तीवी नु वेख के जो फलिस्ती तीवी है उस नु प्यार करदा अते वो आके अपने ਪਿਓ ਨੂੰ ਅਤੇ ਆਪਣੇ ਮਾਂ ਨੂੰ
ਇਹ ਗੱਲ ਆਖਦਾ ਹੈ ਕਿ ਉਸ ਕੁੜੀ ਨੂੰ ਮੇਰੇ ਲਈ ਵਹੁਟੀ ਬਣਾਵੋ, ਤਾਂ ਉਹ ਆਖਦੇ ਆਪਣੇ ਇਸਰਾਏਲੀਆਂ ਦੇ ਵਿੱਚੋਂ ਕਿਸੇ ਨੂੰ ਵੀ ਤੂੰ ਵਿਆਹ ਸਕਦਾ ਹੈ, ਪਰ ਤੂੰ ਕਿਉਂ ਉਸ ਅਸੁन्नति ਫਲਿਸਤੀਆਂ ਦੇ ਧੀ ਨਾਲ ਵਿਆਹ ਕਰਨਾ ਹੈ। ਪ੍ਰਭੂ ਦੇ ਪਿਆਰਿਓ, ਇਸ ਗੱਲ ਤੋਂ ਆਪਾਂ ਇੱਕ ਗੱਲ ਜਾਣਦੇ ਹਾਂ ਕਿ ਇਹ ਪ੍ਰਭੂ ਵੱਲੋਂ ਹੈ, ਕਿਉਂਕਿ ਪਰਮੇਸ਼ਰ ਜਾਣਦਾ ਸੀ ਸਿਮਸੋਨ ਦੀ ਮਨ ਕਿਦਾਂ ਹੈ। ਪਰਮੇਸ਼ਰ ਨੇ ਉਹਨੂੰ ਨਸੀਰ ਲਈ ਸੱਦਿਆ ਸੀ, ਪਰ ਉਹ ਨਸੀਰ ਦਾ ਜ਼ਿੰਦਗੀ ਨਹੀਂ ਜੀ ਰਿਹਾ ਸੀ। ਇਸ ਅਧਿਆਇ ਦੇ ਵਿੱਚ ਅੱਗੇ ਦੇਖਾਂਗੇ ਤਾਂ ਉਹ ਉਸ ਅਸੁੱਧ ਜਾਨਵਰ ਦੀ ਲੋਥ ਤੋਂ ਜੋ ਸਿਹਤ ਮਿਲਦੀ ਹੈ ਉਸ ਨੂੰ ਕਾਂਦਾ। ਇਹਦਾ ਮਤਲਬ ਉਹਦਾ ਬਚਪਨ ਤੋਂ ਲੈ ਕੇ ਉਹਦੀ ਜ਼ਿੰਦਗੀ ਜੋ ਹੈ ਪਰਮੇਸ਼ਰ ਦੇ ਸਨਮੁਖ ਜਿਸ ਪ੍ਰਕਾਰ ਆਗਿਆ ਦਿੱਤੀ ਗਈ ਹੈ ਉਸ ਪ੍ਰਕਾਰ ਨਹੀਂ ਹੈ, ਤਾਂ ਪਰਮੇਸ਼ਰ ਕਿਸੇ ਵੀ ਪ੍ਰਕਾਰ ਇਸ ਨੂੰ ਇਸਰਾਏਲ ਦੇ ਲਈ ਛੁਟਕਾਰਾ ਦੇਣ ਵਾਲਾ ਬਣਾਉਣਾ ਤਾਂ ਕਿਸੇ ਰੂਪ ਦੇ ਵਿੱਚ ਕਿਸੇ ਰਾਹ ਦੇ ਵਿੱਚ ਲੈ ਕੇ ਜਾਣਾ ਪਊਗਾ। ਤਾਂ ਇਸੇ ਪ੍ਰਕਾਰ ਉਹਦੇ ਮਨ ਦੇ ਵਿੱਚ ਤਿਮਨਾ ਦੀ ਤੀਵੀ ਦੇ ਪ੍ਰਤੀ ਪ੍ਰੀਤ ਲੈ ਆ ਕੇ ਉਸ ਵਿੱਚੋਂ ਉਹ ਉਹਨਾਂ ਦੀ ਉਸ ਫਲਿਸਤੀਆਂ ਦੀ ਕਮੀਆਂ ਨੂੰ ਪਹਿਚਾਨਣ ਲਈ ਪਰਮੇਸ਼ਰ ਅਗਵਾਈ ਕਰਦਾ ਹੋਇਆ ਵੇਖਦੇ ਹਾਂ। ਜੇ ਪ੍ਰਭੂ ਪਰਮੇਸ਼ਰ ਇੱਕ ਵਾਰ ਵਾਅਦਾ ਕੀਤਾ ਤਾਂ ਉਸ ਨੂੰ ਕਿਸੇ ਵੀ ਰੂਪ ਦੇ ਵਿੱਚ ਪੂਰਾ ਕਰਦਾ ਹੈਗਾ। ਇਸੇ ਪ੍ਰਕਾਰ ਆਪਾਂ ਵੇਖਦੇ ਹਾਂ ਮਤੀ ਦੀ ਇੰਜੀਲ ਅਧਿਆਇ 22 ਦੇ ਵਿੱਚ ਯਿਸੂ ਮਸੀਹ ਇੱਕ ਦ੍ਰਿਸ਼ਟਾਂਤ ਨੂੰ ਉਹਨਾਂ ਫਰੀਸੀਆਂ ਤੇ ਸਦੂਕੀਆਂ ਕੋਲ ਦੱਸਦਾ ਹੈ। ਉਹ ਇਸ ਪ੍ਰਕਾਰ ਹੈ ਕਿ ਉਹ ਸਵਰਗ ਦੇ ਰਾਜ ਦੇ ਪ੍ਰਤੀ ਆਖਦਾ ਹੈ। ਸਵਰਗ ਦੇ ਰਾਜ ਇਸ ਪ੍ਰਕਾਰ ਹੈ, ਇੱਕ ਮਨੁੱਖ ਆਪਣੇ ਪੁੱਤਰ ਦਾ ਵਿਆਹ ਜਿਹੜਾ ਰੱਖਣ ਵਾਸਤੇ ਤਿਆਰ ਕੀਤਾ ਹੈ ਉਸ ਮਨੁੱਖ ਦੇ ਪ੍ਰਤੀ ਆਖਦਾ ਹੈ। ਜਿਨ੍ਹਾਂ ਨੂੰ ਉਹ ਵਿਆਹ ਲਈ ਸੱਦਿਆ ਉਹ ਉਸ ਵਿਆਹ ਦੇ ਵਿੱਚ ਸ਼ਾਮਿਲ ਹੋਣ ਲਈ ਤਿਆਰ ਨਹੀਂ ਹੁੰਦੇ, ਤਾਂ ਉਹ ਰਾਹ ਵਿੱਚ ਤੁਰੇ ਫਿਰੇ ਨੂੰ ਲੈ ਆ ਕੇ ਉਸ ਵਿਆਹ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਰੱਖਦੇ। ਪਰ ਉਸ ਵਿਆਹ ਦੇ ਵਿੱਚ ਇੱਕ ਗੱਲ ਉਸ ਰਾਜਾ ਨੂੰ ਪਤਾ ਲੱਗਦਾ ਹੈ ਕਿ ਇੱਕ ਬੰਦਾ ਜੋ ਹੈ ਉਸ ਵਿਆਹ ਦਾ ਕੱਪੜਾ ਨਾ ਪਹਿਨਾਇਆ ਹੋਇਆ ਆ ਰਿਹਾ ਹੈ, ਤਾਂ ਉਸ ਨੂੰ ਉਸ ਰਾਜਾ ਅੰਧਕਾਰ ਦੇ ਵਿੱਚ ਸਿੱਟ ਦਿੰਦਾ। ਉਸ ਦ੍ਰਿਸ਼ਟਾਂਤ ਦਾ ਮਤਲਬ ਇਸ ਪ੍ਰਕਾਰ ਹੈ ਕਿ ਪ੍ਰਭੂ ਪ੍ਰਭੂ ਕਹਿਣ ਵਾਲਾ ਹਰ ਕੋਈ ਪ੍ਰਭੂ ਦੇ ਉਸ ਖੁਸ਼ੀ ਦੇ ਵਿੱਚ ਨਹੀਂ ਵੜ ਸਕਦਾ, ਪਰ ਜਿਹੜਾ ਆਪਣੇ ਨੇਚਾਂ ਨੂੰ ਆਖਰੀ ਤੱਕ ਫੜੇ ਰੱਖਦੇ ਉਹੀ ਉਸ ਖੁਸ਼ੀ ਦੇ ਵਿੱਚ ਸ਼ਾਮਿਲ ਹੋਣ ਦਾ ਹੱਕਦਾਰ ਬਣਦਾ। ਇਸੇ ਪ੍ਰਕਾਰ ਇਸ ਅਧਿਆਇ ਦੇ ਅੱਗੇ ਵੇਖਾਂਗੇ ਤਾਂ ਫਰੀਸੀ ਯਿਸੂ ਮਸੀਹ ਨੂੰ ਉਸ ਰੋਮ ਸਰਕਾਰ ਦੇ ਹਵਾਲੇ ਕਰਨ ਦੇ ਪਿੱਛੇ ਕੁਝ ਮਤਾ ਪਕਾਉਂਦੇ ਅਤੇ ਯਿਸੂ ਮਸੀਹ ਕੋਲ ਆ ਕੇ ਇਸ ਪ੍ਰਕਾਰ ਸਵਾਲ ਪੁੱਛਦੇ ਕਿ ਕੈਸਰ ਨੂੰ ਸਜ਼ਾ ਦੇਣਾ ਯੋਗ ਹੈ ਜਾਂ ਨਹੀਂ। ਤਾਂ ਪਰਮੇਸ਼ਰ ਉਹਨਾਂ ਦੀ ਸ਼ਰਾਰਤ ਨੂੰ ਜਾਣ ਕੇ ਉਹਨਾਂ ਕੋਲੇ ਪੁੱਛਦਾ, ਸੱਜੇ ਦਾ ਸਿੱਕਾ ਮੈਨੂੰ ਦਿਖਾਓ। ਅਤੇ ਉਹ ਪੁੱਛਦਾ, ਇਸ ਉੱਤੇ ਜੋ ਮੂਰਤ ਹੈ ਉਹ ਕਿਹਦਾ ਹੈ? ਉਹ ਕਹਿੰਦੇ ਕੈਸਰ ਦਾ। ਫਿਰ ਕਹਿੰਦਾ ਪ੍ਰਭੂ ਕੈਸਰ ਦਾ ਕੈਸਰ ਨੂੰ ਦੋ ਅਤੇ ਪ੍ਰਭੂ ਦਾ ਪ੍ਰਭੂ ਨੂੰ ਦੋ। ਸੋ ਉਸ ਤੋਂ ਬਾਅਦ ਉਹ ਪ੍ਰਭੂ ਯਿਸੂ ਮਸੀਹ ਕੋਲ ਕੋਈ ਸਵਾਲ ਪੁੱਛਣ ਲਾਇਕ ਨਹੀਂ ਰਹਿੰਦੇ। ਉਸ ਤੋਂ ਬਾਅਦ ਸਦੂਕੀ ਆ ਕੇ ਪ੍ਰਭੂ ਯਿਸੂ ਮਸੀਹ ਕੋਲ ਇਹੋ ਜਿਹੀ ਸਵਾਲ ਪੁੱਛਦੇ, ਕਿਉਂਕਿ ਸਦੂਕੀ ਕਿਆਮਤ ਉੱਤੇ ਨੇਚਾ ਨਹੀਂ ਕਰਦੇ, ਤਾਂ ਉਹ ਉਸ ਗੱਲਾਂ ਨੂੰ ਲੈ ਕੇ ਪ੍ਰਭੂ ਯਿਸੂ ਮਸੀਹ ਨੂੰ ਫਸਾਉਣ ਲਾਇਕ ਸਵਾਲ ਰੱਖਦੇ। ਪਰ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਸਿੱਖਿਆ ਦੇ ਕੇ ਆਖਦਾ ਹੈ, ਤੁਸੀਂ ਪਰਮੇਸ਼ਰ ਦੇ ਸਾਮਰਥ ਨੂੰ ਜਾਣ ਕੇ ਵੀ ਭੁੱਲ ਵਿੱਚ ਪਾਏ ਹੋਏ ਹੋ। ਜਦੋਂ ਕਿ ਆਪਣਾ ਪਰਮੇਸ਼ਰ ਜੀਵਨ ਦੀ ਪਰਮੇਸ਼ਰ ਹੈ, ਫਿਰ ਕਿਵੇਂ ਤੁਸੀਂ ਕਿਆਮਤ ਉਤੇ ਵਿਸ਼ਵਾਸ ਨਹੀਂ ਕਰ ਸਕਦੇ ਹੋ? ਕਿਉਂਕਿ ਜਦ ਪਰਮੇਸ਼ਰ ਕਹਿੰਦਾ ਹੈ ਕਿ ਮੈਂ ਅਬਰਾਹਮ ਇਸਹਾਕ ਯਾਕੂਬ ਦਾ ਪਰਮੇਸ਼ਰ ਹਾਂ, ਇਹਦਾ ਮਤਲਬ ਆਪਣੇ ਪਿਓ ਦਾਦੇ ਅਬਰਾਹਮ ਇਸਹਾਕ ਯਾਕੂਬ ਅਜੇ ਵੀ ਪ੍ਰਭੂ ਦੇ ਉਸ ਰਾਜ ਦੇ ਵਿੱਚ
ਜੀਉਂਦੇ ਨੇ। ਇਹਦਾ ਮਤਲਬ ਕਿਆਮਤ ਹੈ। ਸਵਾਲ ਦਾ ਉੱਤਰ ਜਦੋਂ ਉਹਨਾਂ ਨੂੰ ਮਿਲ ਜਾਂਦਾ ਉਹ ਉਹਦੇ ਕੋਲ ਕੁਝ ਔਰ ਬੋਲ ਨਹੀਂ ਸਕਦੇ, ਉਹ ਚੁੱਪ ਹੋ ਜਾਂਦੇ। ਇਸ ਗੱਲ ਨੂੰ ਵੇਖ ਕੇ ਫਰੀਸੀ ਫਿਰ ਪ੍ਰਭੂ ਯਿਸੂ ਮਸੀਹ ਕੋਲ ਆ ਕੇ ਵਿਵਸਥਾ ਨੂੰ ਲੈ ਕੇ ਗੱਲਾਂ ਕਰਦੇ। ਉੱਤੇ ਵੀ ਪ੍ਰਭੂ ਯਿਸੂ ਮਸੀਹ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਸਮਝਾਉਂਦਾ। ਉਸ ਤੋਂ ਬਾਅਦ ਉਹ ਪ੍ਰਭੂ ਯਿਸੂ ਮਸੀਹ ਕੋਲ ਗੱਲ ਕਰਨ ਲਾਇਕ ਨਹੀਂ ਹੁੰਦੇ। ਆਖਰੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਇਹ ਗੱਲ ਪੁੱਛਦਾ ਹੈ ਕਿ ਮਸੀਹ ਕਿੱਥੋਂ ਆਵੇਗਾ। ਉਹ ਕਹਿੰਦੇ ਦਾਊਦ ਦੇ। ਫਿਰ ਉਹ ਪੁੱਛਦਾ ਹੈ ਜੇ ਮਸੀਹ ਦਾਊਦ ਦੇ ਪੁੱਤਰ ਹੋਵੇ ਤਾਂ ਫਿਰ ਦਾਊਦ ਕਿਉਂ ਮਸੀਹ ਨੂੰ ਪ੍ਰਭੂ ਕਹਿ ਕੇ ਆਖਦਾ ਹੈ। ਇਸ ਗੱਲਾਂ ਦੀ ਜਵਾਬ ਉਹ ਦੇ ਨਹੀਂ ਪਾਉਂਦੇ ਅਤੇ ਪ੍ਰਭੂ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਤੁਸੀਂ ਮੈਨੂੰ ਆਖਰੀ ਤੱਕ ਵਿਸ਼ਵਾਸ ਨਹੀਂ ਕੀਤਾ, ਪਰ ਮੈਂ ਉਸ ਵਾਅਦਾ ਦਾ ਬੱਚਾ ਹਾਂ। ਮੈਂ ਹੀ ਤੁਹਾਨੂੰ ਕਿਆਮਤ ਅਤੇ ਸੱਚਾਈ ਅਤੇ ਜੀਵਨ ਦੇਣ ਵਾਲਾ ਹਾਂ, ਪਰ ਤੁਸੀਂ ਮੇਰੇ ਉੱਤੇ ਵਿਸ਼ਵਾਸ ਨਹੀਂ ਕੀਤੇ। ਉਹ ਵਾਅਦਾ ਦਾ ਪੱਕਾ ਪਰਮੇਸ਼ਰ ਹੈ। ਉਹ ਜ਼ਰੂਰ ਤੁਹਾਡੇ ਲਈ ਅਤੇ ਮੇਰੇ ਲਈ ਕੀਤੇ ਹੋਏ ਉਹਨਾਂ ਸਾਰੇ ਵਾਅਦਾ ਨੂੰ ਪੂਰਾ ਕਰੇਗਾ। ਪ੍ਰਭੂ ਤੁਹਾਨੂੰ ਇਹਨਾਂ ਵਚਨਾਂ ਦੇ ਰਾਹੀਂ ਆਸੀਸ ਦੇਵੇ। ਜੈ ਮਸੀਹ ਦੀ। ਗॉड ब्लेस यू।